ਹੈਲੋ ਸਟੂਡੈਂਟਸ, ਮੇਰਾ ਅੱਜ ਦਾ ਟੌਪਿਕ ਹੈ ਆਰਸੀ ਕਪਲਡ ਐਂਪਲੀਫਾਇਰ। ਇਸ ਐਂਪਲੀਫਾਇਰ ਦੇ ਵਿੱਚ ਅਸੀਂ ਰਜਿਸਟੈਂਸ ਅਤੇ ਕਪੈਸਿਟੈਂਸ ਨੂੰ ਸਰਕਟ ਦੇ ਵਿੱਚ ਵਰਤਦੇ ਹਾਂ। ਇਸ ਵਿੱਚ ਦੋ ਟਰਾਂਜਿਸਟਰ ਵਰਤੇ ਜਾਂਦੇ ਹਨ। ਆਰ ਦਾ ਭਾਵ ਹੈ ਰਜਿਸਟੈਂਸ, ਸੀ ਦਾ ਭਾਵ ਹੈ ਕਪੈਸਿਟੈਂਸ। ਇਸ ਕਰਕੇ ਇਹਨੂੰ ਆਰਸੀ ਕਪਲਡ ਐਂਪਲੀਫਾਇਰ ਕਿਹਾ ਜਾਂਦਾ ਹੈ। ਇਸ ਦੀ ਪਰਿਭਾਸ਼ਾ ਇਸ ਤਰ੍ਹਾਂ: ਇੱਕ ਦੋ ਸਟੇਜ ਆਰਸੀ ਕਪਲਿੰਗ ਐਂਪਲੀਫਾਇਰ ਸਰਕਟ ਵਿੱਚ ਰਜਿਸਟੈਂਸ ਅਤੇ ਕਪੈਸਿਟੈਂਸ ਨੂੰ ਜੋੜਿਆ ਜਾਂਦਾ ਹੈ। ਪਹਿਲੀ ਸਟੇਜ ਦੀ ਆਉਟਪੁੱਟ ਕਲੈਕਟਰ ਰਜਿਸਟੈਂਸ ਤੋਂ ਮਿਲਦੀ ਹੈ ਅਤੇ ਇਹ ਆਉਟਪੁੱਟ ਦੂਜੀ ਸਟੇਜ ਦੀ ਇਨਪੁੱਟ ਕਪਲਿੰਗ ਕਪੈਸਿਟਰ ਦੇ ਰਾਹੀਂ ਦੂਸਰੇ ਟਰਾਂਜਿਸਟਰ ਦੇ ਬੇਸ ਨਾਲ ਜੋੜੀ ਜਾਂਦੀ ਹੈ। ਇਸ ਸਰਕਟ ਵਿੱਚ ਰਜਿਸਟੈਂਸ ਅਤੇ ਕਪੈਸਿਟੈਂਸ ਨੂੰ ਜੋੜਨ ਕਾਰਨ ਇਸ ਨੂੰ ਆਰਸੀ ਕਪਲਿੰਗ ਐਂਪਲੀਫਾਇਰ ਕਿਹਾ ਜਾਂਦਾ ਹੈ। ਅੱਗੇ ਆ ਗਈ ਇਹਦੀ ਸਰਕਟ ਡਾਇਗਰਾਮ। ਇਸ ਸਰਕਟ ਡਾਇਗਰਾਮ ਦੇ ਵਿੱਚ ਇਹ ਆਪਣੇ ਕੋਲ TR1 ਇੱਕ ਟਰਾਂਜਿਸਟਰ ਹੈ NPN, ਇੱਧਰ TR2 ਆ। ਪਹਿਲਾਂ ਆਪਾਂ TR1 ਦੇ ਨਾਲ ਨਾਲ ਜੋ ਕੰਪੋਨੈਂਟ ਲੱਗਿਆ ਇਹ ਬਾਚ ਕਰ ਲਈਏ। ਸਭ ਤੋਂ ਪਹਿਲਾਂ R1 ਅਤੇ R2 ਲੱਗੀ ਹੈਗੀ ਬੇਸ ਦੇ ਰਾਹੀਂ, ਜੋ ਕਿ ਕਲੈਕਟਰ ਦੇ ਨਾਲ RC ਲੱਗੀ ਹੈ ਅਤੇ ਅਮੀਟਰ ਦੇ ਨਾਲ RE ਲੱਗੀ ਹੈ। R1 ਅਤੇ R2 ਦਾ ਕੰਮ ਇਹਦੇ ਸਰਕਟ ਦੇ ਵਿੱਚ ਬਾਇਸਿੰਗ ਬਣਾਉਣਾ। ਜਿਹੜੀ RC ਹੈਗੀ ਇਹ ਰਜਿਸਟੈਂਸ ਆਫ ਕਲੈਕਟਰ ਇੱਕ ਲੋਡ ਰਜਿਸਟੈਂਸ ਦਾ ਕੰਮ ਕਰੇਗੀ, ਅਤੇ RE ਹੈ ਜੋ ਸਾਡੀ ਉਹ ਮੀਟਰ ਦੀ ਰਜਿਸਟੈਂਸ ਹੈ। ਇਸ ਦੇ ਨਾਲ ਆਪਾਂ ਸਰਕਟ ਦੇ ਵਿੱਚ DC ਕਰੰਟ ਵੋਲਟੇਜ ਦੀ ਸਟੇਬਿਲਿਟੀ ਰੱਖਣ ਦੇ ਲਈ AC ਸਿਗਨਲ ਸਾਡਾ ਸਹੀ ਚੱਲੇ, ਇਸ ਕਰਕੇ ਪੈਰਲਲ ਦੇ ਵਿੱਚ ਅਸੀਂ ਕਪੈਸਿਟਰ ਯੂਜ ਕੀਤਾ ਹੋਇਆ ਹੈਗਾ, ਜਿਹਨੂੰ CE ਨਾਮ ਰੱਖਿਆ ਹੋਇਆ ਹੈਗਾ। IE ਦਾ ਮਤਲਬ ਹੈਗਾ ਐਮੀਟਰ ਕਰੰਟ। ਇਹ ਸਾਡੀ ਇਨਪੁੱਟ ਵੋਲਟੇਜ ਹੈ ਜੋ ਕਿ ਅਸੀਂ CN ਜੋ ਕਪੈਸਿਟਰ ਇਨ ਤੋਂ ਇੱਧਰੋਂ ਬੇਸ ਨੂੰ ਜਾਣੀ ਹੈ, ਕਰੰਟ ਬੇਸ ਨੂੰ ਜਾਣਾਗਾ। ਉਸ ਤੋਂ ਸਾਡਾ ਜੋ CC ਦਾ ਮਤਲਬ ਹੈਗਾ ਗਾ ਕਪਲਿੰਗ ਕਪੈਸਿਟਰ, ਜੋ ਦੋਨੋਂ ਟਰਾਂਜਿਸਟਰਾਂ ਨੂੰ ਆਪਸ ਵਿੱਚ ਮੈਚ ਕਰਦਾ ਹੈਗਾ। ਕਲੈਕਟਰ ਦੀ ਆਉਟਪੁੱਟ ਹੈ ਜੋ ਉਹ ਬੇਸ ਨੂੰ ਜਾ ਰਹੀ ਹੈਗੀ। ਇਸੇ ਤਰ੍ਹਾਂ TR2 ਦੇ ਵਿੱਚ ਵੀ ਦੋ ਰਜਿਸਟੈਂਸਾਂ ਬਾਇਸਿੰਗ ਦੇ ਕੰਮ ਕਰਨਗੀਆਂ, R1 R2। RC ਆ ਗਈ ਆਪਣੀ ਲੋਡ ਰਜਿਸਟੈਂਸ, RE ਆ ਗਈ ਆਪਣੀ ਅਮੀਟਰ ਰਜਿਸਟੈਂਸ। ਇਸੇ ਤਰ੍ਹਾਂ ਇਹਦੇ ਨਾਲ ਵੀ ਇੱਕ ਕਪੈਸਿਟਰ ਲਾਇਆ ਗਾ ਜਿਸ ਨੂੰ ਅਸੀਂ ਕਪੈਸਿਟਰ ਅਮੀਟਰ ਬੋਲਦੇ ਹਾਂ, ਅਮੀਟਰ ਦਾ ਕਪੈਸਿਟਰ। ਇਹ ਸਾਡੀ ਇੱਥੇ ਸਿਗਨਲ ਹੈ ਜੋ B ਆਊਟ ਦੇ ਉੱਪਰ ਇੱਥੋਂ ਸਿਗਨਲ ਨੇ ਆਊਟ ਸਾਨੂੰ ਐਂਪਲੀਫਾਈ ਹੋ ਕੇ ਸਿਗਨਲ ਮਿਲਣਾ। ਇਹ ਸਾਡੀ BCC ਆ ਗਈ ਜੋ ਅਸੀਂ ਸਪਲਾਈ ਇਸ ਸਰਕਟ ਦੇ ਵਿੱਚ ਦੇਵਾਂਗੇ। ਇਸ ਸਾਈਡ ਤੋਂ ਸਾਡੀ ਇਨਪੁੱਟ ਹੋਏਗੀ AC ਸਿਗਨਲ ਜੋ ਅਸੀਂ ਦੇਣਾ ਗਾ। ਇਸ ਕਰਕੇ ਇਸ ਨੂੰ ਆਰਸੀ ਕਪਲਡ ਐਂਪਲੀਫਾਇਰ ਕਿਹਾ ਜਾਂਦਾ ਹੈ, ਕਿਉਂਕਿ ਇਸ ਵਿੱਚ ਅਸੀਂ ਰਜਿਸਟੈਂਸ ਅਤੇ ਕਪੈਸਿਟੈਂਸ ਨੂੰ ਵਰਤਿਆ ਹੋਇਆ। ਇਹਦੀ ਵਰਕਿੰਗ ਦੀ ਮੈਂ ਡੈਫੀਨੇਸ਼ਨ ਬਣਾਈ ਹੈ, ਉਹ ਤੁਸੀਂ ਪੜ੍ਹੋ, ਆਪਾਂ ਧਿਆਨ ਨਾਲ ਦੇਖਦੇ ਹਾਂ। ਵਰਕਿੰਗ ਵਿੱਚ ਕੀ ਲਿਖਿਆ ਹੋਇਆ? ਪਹਿਲੀ ਸਟੇਜ ਵਿੱਚ TR1 ਜੋ ਆਪਣਾ ਟਰਾਂਜਿਸਟਰ ਹੈ ਅਤੇ R1 ਅਤੇ R2 ਨੂੰ ਬਾਇਸਿੰਗ ਲਈ ਵਰਤਿਆ ਗਿਆ ਹੈ। RC ਲੋਡ ਰਜਿਸਟੈਂਸ ਹੈ, RE ਅਮੀਟਰ ਰਜਿਸਟੈਂਸ ਹੈ ਜੋ ਸਰਕਟ ਵਿੱਚ ਸਟੇਬਿਲਿਟੀ ਪੈਦਾ ਕਰਦਾ ਹੈ। CE ਕਪੈਸਿਟਰ ਨੂੰ ਪੈਰਲਲ ਵਿੱਚ ਜੋੜਿਆ ਗਿਆ ਹੈ। CE ਦਾ ਮਤਲਬ ਹੋ ਗਿਆ ਕਪੈਸਿਟਰ ਅਮੀਟਰ ਦੇ ਨਾਲ ਜੋ ਜੋੜਿਆ ਹੋਏਗਾ। CN ਕਪੈਸਿਟਰ ਇਨ ਜਿਸ ਤੋਂ ਅਸੀਂ ਇਨਪੁੱਟ ਸਪਲਾਈ ਦੇਵਾਂਗੇ, ਇਸ ਨੂੰ ਇਨਪੁੱਟ ਕਪੈਸਿਟਰ ਕਿਹਾ ਜਾਂਦਾ ਹੈ। CC ਨੂੰ ਕਪਲਿੰਗ ਕਪੈਸਿਟਰ ਕਿਹਾ ਜਾਂਦਾ ਹੈ, ਜੋ ਕਿ ਦੂਜੀ ਸਟੇਜ TR2 ਟਰਾਂਜਿਸਟਰ ਦੇ ਬੇਸ ਨਾਲ ਜੋੜਦਾ ਹੈ। ਜਦੋਂ BCC ਜੋ ਵੋਲਟੇਜ ਆਫ ਕਲੈਕਟਰ ਜੋ ਆਪਾਂ ਸਪਲਾਈ ਦੇਵਾਂਗੇ DC ਸਪਲਾਈ ਰਾਹੀਂ ਕਰੰਟ ਫਲੋ ਕਰਦਾ ਹੈ, ਤਾਂ ਲੋਡ ਇਫੈਕਟ ਠੀਕ ਰੱਖਣ ਲਈ ਕਪੈਸਿਟਰਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਕਪੈਸਿਟਰਾਂ ਦਾ ਕੰਮ ਸਰਕਟ ਵਿੱਚ ਸਟੇਬਿਲਿਟੀ ਪੈਦਾ ਕਰਨਾ ਹੈ ਤਾਂ ਜੋ ਸਰਕਟ ਵਿੱਚ ਡਿਸਟੋਰਸ਼ਨ ਪੈਦਾ ਨਾ ਹੋਵੇ। RC ਲੋਡ ਰਜਿਸਟੈਂਸ ਦਾ ਆਉਟਪੁੱਟ ਕਪਲਿੰਗ ਕਪੈਸਿਟਰ ਰਾਹੀਂ ਦੂਜੀ ਸਟੇਜ ਦਾ ਇਨਪੁੱਟ ਹੈ। B ਆਊਟ ਵੋਲਟੇਜ ਆਊਟ ਤੋਂ ਐਂਪਲੀਫਾਈ ਹੋਇਆ ਸਿਗਨਲ ਮਿਲਦਾ ਹੈ। ਇਹ ਹੋ ਗਈ ਸਾਡੇ ਸਰਕਟ ਦੀ ਵਰਕਿੰਗ, ਜੋ ਅਸੀਂ ਸਰਕਟ RC ਕਪਲਿੰਗ ਦਾ ਬਣਾਵਾਂਗੇ ਉਸ ਦੀ ਵਰਕਿੰਗ ਹੈ। ਅੱਗੇ ਆ ਜਾਂਦੀ ਹੈ ਜੋ ਅਸੀਂ ਫਰੀਕੁਐਂਸੀ, ਫਿਰ ਇਹਦੀ ਕੀ ਆਪਣਾ ਕਰਵ ਕੀ ਬਣਦੀ ਹੈਗੀ। ਜੋ ਸਾਡਾ ਅਸੀਂ ਸਰਕਟ ਬਣਾਇਆ ਉਸ ਦੇ ਵਿੱਚ ਅਸੀਂ AC ਸਪਲਾਈ ਉਹਨੂੰ ਸਿਗਨਲ ਦੇ ਤੌਰ 'ਤੇ ਦਿੱਤੀ ਹੈ, ਤਾਂ ਉਸ ਦੀ ਜੋ ਫਰੀਕੁਐਂਸੀ ਦੀ ਕਰਵ ਉਹ ਇਸ ਤਰ੍ਹਾਂ ਬਣ ਜਾਂਦੀ ਹੈ। ਇਹ ਜੋ ਆਪਣੇ ਕੋਲ ਇੱਧਰ ਵੋਲਟੇਜ ਗੇਨ ਦਾ ਜਾ ਰਿਹਾ ਗਾ,
ਇਸ ਪਾਸੇ ਆਪਣੀ ਫਰੀਕੁਐਂਸੀ ਆ ਰਹੀ ਹੈ। ਇਹ ਫਰੀਕੁਐਂਸੀ ਦੀ ਆਪਣੀ ਕਰਵ ਬਣੀ ਹੋਈ ਹੈ ਜੋ ਤੁਸੀਂ ਦੇਖ ਰਹੇ ਹੋ। ਇਹ ਮਿਡ ਫਰੀਕੁਐਂਸੀ ਰੇਂਜ ਹੈ ਸਾਡੀ, ਜੋ 50 ਹਰਟਜ਼ ਤੋਂ 20 ਕਿਲੋ ਹਰਟਜ਼ ਦੇ ਵਿਚਕਾਰ। ਇਹ ਜੋ ਸਾਡਾ ਵੋਲਟੇਜ ਗੇਨ ਹੈ ਇਹ ਕੀ ਹੈਗਾ, ਕੌਂਸਟੈਂਟ ਰਹਿੰਦਾ ਇੱਥੇ ਇੰਨੇ ਦੇ ਵਿੱਚ। ਜੇਕਰ ਜੇ ਇਸ ਤੋਂ ਘਟ ਜਾਏਗਾ ਤਾਂ ਵੀ ਡਿਸਟੋਰਸ਼ਨ ਹੋਏਗਾ। ਜੇਕਰ ਇਸ ਤੋਂ 20 ਕਿਲੋ ਹਰਟਜ਼ ਤੋਂ ਅਸੀਂ ਵਧਾ ਦਈਏ ਤਾਂ ਵੀ ਇਹਦੇ ਵਿੱਚ ਡਿਸਟੋਰਸ਼ਨ ਆ ਜਾਂਦਾ ਅਤੇ ਸਾਡਾ ਵੋਲਟੇਜ ਗੇਨ ਹੈ ਜੋ ਘਟਣ ਲੱਗ ਜਾਂਦਾ ਗਾ। ਇਸ ਕਰਕੇ ਇਹ ਸਾਈਡਾਂ ਦੇ ਉੱਪਰ ਦੋਨਾਂ ਤਰਫ ਤੋਂ ਮੁੜੀ ਹੋਈ ਹੈ। ਅਤੇ ਇਹਦੀ ਜੋ ਮੈਂ ਡੈਫੀਨੇਸ਼ਨ ਬਣਾਈ ਹੈ ਉਹ ਕੀ ਆ ਗਈ, ਵੋਲਟੇਜ ਗੇਨ ਅਤੇ ਐਂਪਲੀਫਾਇਰ ਦੀ ਸਿਗਨਲ ਫਰੀਕੁਐਂਸੀ ਨੂੰ ਫਰੀਕੁਐਂਸੀ ਰਿਸਪੌਂਸ ਕਿਹਾ ਜਾਂਦਾ ਹੈ, ਜਿਸ ਦੀ ਫਰੀਕੁਐਂਸੀ 50 ਹਰਟਜ਼ ਤੋਂ 20 ਕਿਲੋ ਹਰਟਜ਼ ਤੱਕ ਗੇਨ ਕਾਂਸਟੈਂਟ ਹੋਣ ਕਰਕੇ ਲਈ ਜਾਂਦੀ ਹੈ। ਗੇਨ ਕਾਂਸਟੈਂਟ ਰਹਿਣ ਕਰਕੇ ਜਿਹੜੀ ਅਸੀਂ ਫਰੀਕੁਐਂਸੀ ਲੈਂਦੇ ਆਂਗੇ ਉਹ 50 ਹਰਟਜ਼ ਤੋਂ 20 ਕਿਲੋ ਹਰਟਜ਼ ਤੱਕ ਲਈ ਜਾਂਦੀ ਹੈ। ਇਸ ਨੂੰ ਮਿਡ ਫਰੀਕੁਐਂਸੀ ਰੇਂਜ ਅਤੇ ਆਡੀਓ ਫਰੀਕੁਐਂਸੀ ਰੇਂਜ ਵੀ ਕਿਹਾ ਜਾਂਦਾ ਹੈ। ਇਸ ਨੂੰ ਅਸੀਂ ਮਿਡ ਫਰੀਕੁਐਂਸੀ ਰੇਂਜ ਵੀ ਕਹਿੰਦੇ ਹਾਂ ਅਤੇ ਇਹਨੂੰ ਆਪਾਂ ਰੇਡੀਓ ਦੇ ਵਿੱਚ ਲਈ ਆਪਣਾ ਆਡੀਓ ਯੂਜ ਕਰ ਦਿਆਂਗੇ, ਇਸ ਕਰਕੇ ਇਹਨੂੰ ਆਡੀਓ ਫਰੀਕੁਐਂਸੀ ਰੇਂਜ ਕਿਹਾ ਜਾਂਦਾ ਹੈ। ਜੋ ਆਪਣਾ ਸੀ ਹੈਗਾ ਕਪਲਿੰਗ ਕਪੈਸਿਟਰ ਵਿੱਚ AC ਆਊਟਪੁੱਟ ਦੇ ਲੋਸਟ ਹੋ ਜਾਣ ਕਾਰਨ 50 ਹਰਟਜ਼ ਤੋਂ ਘੱਟ ਫਰੀਕੁਐਂਸੀ ਅਤੇ CE ਦੇ ਸ਼ੰਟ ਨਾ ਹੋਣ ਕਰਕੇ ਐਂਪਲੀਫਾਇਰ ਵਿੱਚ ਡਿਸਟੋਰਸ਼ਨ ਆ ਜਾਂਦਾ ਹੈ। ਜੇਕਰ ਆਪਣੇ ਕਪਲਿੰਗ ਕਪੈਸਿਟਰ ਦੇ ਵਿੱਚ AC ਆਊਟਪੁੱਟ ਦੇ ਆਪਣੇ ਲੋਸਟ ਹੋ ਜੇ AC ਆਊਟਪੁੱਟ, ਤਾਂ ਜਿਹੜੀ ਸਾਡੀ 50 ਹਰਟਜ਼ ਮਿਨੀਮਮ ਆਪਣੀ ਜੋ ਜਿਸ ਤੋਂ ਆਪਣਾ ਗੇਨ ਕਾਂਸਟੈਂਟ ਬਣਦਾ ਗਾ, ਜੇਕਰ ਉਸ ਤੋਂ ਘੱਟ ਜਾਂਦੀ ਹੈ ਆਪਣੀ ਫਰੀਕੁਐਂਸੀ ਤਾਂ ਸਰਕਟ ਦੇ ਵਿੱਚ ਐਂਪਲੀਫਾਇਰ ਦੇ ਵਿੱਚ ਡਿਸਟੋਰਸ਼ਨ ਆ ਜਾਂਦਾ। ਇਸੇ ਤਰ੍ਹਾਂ ਜੇਕਰ 20 ਕਿਲੋ ਹਰਟਜ਼ ਤੋਂ ਵੱਧ ਜਾਵੇ ਤਾਂ ਵੋਲਟੇਜ ਗੇਨ ਘਟ ਜਾਂਦਾ ਹੈ, ਜਿਸ ਕਰਕੇ ਕਪਲਿੰਗ ਕਪੈਸਿਟਰ ਸ਼ਾਰਟ ਸਰਕਟ ਦੀ ਤਰ੍ਹਾਂ ਕੰਮ ਕਰਦਾ ਹੈ। ਇਸ ਕਰਕੇ ਜੋ ਸਾਡੀ ਫਰੀਕੁਐਂਸੀ ਅਸੀਂ 50 ਹਰਟਜ਼ ਤੋਂ 20 ਕਿਲੋ ਹਰਟਜ਼ ਦੇ ਵਿਚਕਾਰ ਰੱਖਦੇ ਹਾਂ, ਜਿਸ ਨੂੰ ਅਸੀਂ ਮਿਡ ਫਰੀਕੁਐਂਸੀ ਰੇਂਜ ਵੀ ਕਹਿ ਦਿੰਦੇ ਹਾਂ। ਇਸ ਤੋਂ ਬਾਅਦ ਇਸ ਦੀਆਂ ਐਡਵਾਂਟੇਜ ਆ ਗਈਆਂ, ਐਡਵਾਂਟੇਜ, ਡਿਸਐਡਵਾਂਟੇਜ ਅਤੇ ਯੂਜੇਜ। ਇਹਦੀਆਂ ਲਾਭ ਕੀ ਨੇ ਅਤੇ ਹਾਨੀਆਂ ਕੀ ਹੈ ਇਸ ਐਂਪਲੀਫਾਇਰ ਦੀਆਂ, ਅਤੇ ਇਸ ਐਂਪਲੀਫਾਇਰ ਦੀ ਅਸੀਂ ਵਰਤੋਂ ਕਿਸ ਜਗ੍ਹਾ ਦੇ ਉੱਪਰ ਕਰਦੇ ਹਾਂ। ਲਾਭ ਇਹਦੇ ਕੀ ਹੈ, ਇਸ ਦੀ ਕੀਮਤ ਹੈ ਜਿਹੜੀ ਘੱਟ ਆ, ਘੱਟ ਕਾਸਟ ਦੇ ਉੱਪਰ ਸਾਨੂੰ ਮਿਲ ਜਾਂਦਾ। ਦੂਸਰਾ, ਇਹ ਜਗ੍ਹਾ ਘੱਟ ਘੇਰਦਾ। ਤੀਸਰਾ, ਇਸ ਦਾ ਸਾਈਜ਼ ਛੋਟਾ ਹੁੰਦਾ ਹੈ। ਚੌਥਾ, ਫਰੀਕੁਐਂਸੀ ਰਿਸਪੌਂਸ ਅੱਛਾ ਹੁੰਦਾ ਹੈ। ਜੋ ਇਹਦੀਆਂ ਡਿਸਐਡਵਾਂਟੇਜ ਨੇ ਉਹ ਕੀ ਨੇ, ਇਸ ਦੇ ਲੋਡ ਇਫੈਕਟ ਕਾਰਨ ਇਸ ਦਾ ਗੇਨ ਘਟ ਜਾਂਦਾ ਹੈ। ਲੋਡ ਇਫੈਕਟ ਦਾ ਇਹਦੇ 'ਤੇ ਪ੍ਰਭਾਵ ਰਹਿੰਦਾ ਗਾ। ਦੂਸਰਾ, ਇਸ ਦੀ ਇੰਪੀਡੈਂਸ ਮੈਚਿੰਗ ਕਮਜ਼ੋਰ ਹੁੰਦੀ ਹੈ। ਹਾਈ ਇੰਪੀਡੈਂਸ, ਲੋ ਇੰਪੀਡੈਂਸ ਜੋ ਮੈਂ ਤੁਹਾਨੂੰ ਪਹਿਲਾਂ ਪੜ੍ਹਾਇਆ ਸੀ, ਆਪਾਂ ਐਂਪਲੀਫਾਇਰ ਦੇ ਵਿੱਚ ਪੜ੍ਹਿਆ ਸੀ, ਉਸ ਦੇ ਜੋ ਇਹਦੀ ਮੈਚਿੰਗ ਇੰਪੀਡੈਂਸ ਮੈਚਿੰਗ ਹੈਗੀ ਉਹ ਕੀ ਹੈਗੀ, ਪੂਅਰ ਹੁੰਦੀ ਹੈ ਇਸ ਦੀ। ਤੀਸਰਾ, ਇਸ ਦੇ ਜੋ ਕੰਪੋਨੈਂਟ ਆਵਾਜ਼ ਪੈਦਾ ਕਰਦੇ ਹਨ, ਇਸ ਵਿੱਚ ਜੋ ਆਪਾਂ ਕੰਪੋਨੈਂਟ ਲਗਾਏ ਗਏ ਨੇ ਉਹ ਥੋੜ੍ਹੇ ਜਿਹੇ ਸਮੇਂ ਬਾਅਦ ਨਾ ਆਵਾਜ਼ ਦੇਣ ਲੱਗ ਜਾਂਦੇ ਨੇ, ਡਿਸਟੋਰਸ਼ਨ ਆਉਣ ਲੱਗ ਜਾਂਦਾ, ਜੋ ਕਿ ਇਹਦੀ ਡਿਸਐਡਵਾਂਟੇਜ ਦਾ ਕਾਰਨ ਬਣਦਾ। ਵਰਤੋਂ ਕੀ ਹੈ ਇਸ ਦੀ, ਯੂਜੇਜ ਅਸੀਂ ਕਿੱਥੇ ਕਿੱਥੇ ਵਰਤਦੇ ਹਾਂ। ਇਸ ਨੂੰ ਆਡੀਓ ਫਰੀਕੁਐਂਸੀ ਲਈ ਵਰਤਿਆ ਜਾਂਦਾ ਹੈ। ਇਸ ਨੂੰ ਵੋਲਟੇਜ ਐਂਪਲੀਫਾਇਰ ਦੇ ਤੌਰ 'ਤੇ ਵੀ ਵਰਤਿਆ ਜਾਂਦਾ ਹੈ। ਤੀਸਰਾ, ਪਬਲਿਕ ਐਡਰੈਸ ਸਿਸਟਮ ਲਈ ਵਰਤਿਆ ਜਾਂਦਾ ਹੈ। ਪਬਲਿਕ ਐਡਰੈਸ ਹੋ ਗਿਆ ਜੋ ਅਸੀਂ ਐਂਪਲੀਫਾਇਰ ਆਮ ਆਡੀਓ ਵਾਸਤੇ ਵਰਤਦੇ ਹਾਂ। ਥੈਂਕ ਯੂ। ਇਹ ਆਪਣਾ ਅੱਜ ਦਾ ਟੌਪਿਕ ਸੀਗਾ RC ਕਪਲਡ ਐਂਪਲੀਫਾਇਰ ਦਾ।